प्यारे बच्चों, मैं दर्शन कुमार साइंस मास्टर गौरमेंट हाई स्कूल बुग्गा कलां ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤੋਂ ਤੁਹਾਡੇ ਨਾਲ ਅੱਜ ਬਹੁਤ ਹੀ ਜ਼ਰੂਰੀ ਵਿਸ਼ਾ ਸਾਡਾ ਵਾਤਾਵਰਣ ਜਿਹੜਾ ਸਾਡੀ ਸਾਇੰਸ ਦੀ ਪਾਠ ਪੁਸਤਕ ਦਾ 15ਵਾਂ ਪਾਠ ਹੈ ਸਾਂਝਾ ਕਰ ਰਿਹਾ ਹਾਂ। ਪਿਆਰੇ ਬੱਚਿਓ, ਇਸ ਪਾਠ ਦੇ ਵਿੱਚ ਅਸੀਂ ਜਿਹੜੇ ਮੇਨ ਵਿਸ਼ੇ ਨੇ ਉਹ ਇਹ ਪੜ੍ਹਾਂਗੇ। ਇਸ ਨੂੰ ਅਸੀਂ ਦੋ ਭਾਗਾਂ ਵਿੱਚ ਵੰਡਿਆ ਹੈ। ਪਹਿਲਾ ਹੈ ਮੁੱਢਲੀ ਜਾਣ ਪਛਾਣ ਤੇ ਫਿਰ ਹੈ ਅਭਿਆਸ ਦੇ ਪ੍ਰਸ਼ਨ ਉੱਤਰ। तो मुढ़ली जान पछाण दे विच असीं पढ़ांगे वातावरण की है, इस तो बिना वातावरण पढ़ना क्यों जरूरी है, इसके अंश किहड़े हन, परिस्थितिक प्रबंध की है, भोजन लड़ी की है, आहारी पੱਧਰ किहड़े हुंदे हन अते इन्हां आहारी पੱਧਰਾਂ ਦੇ ਵਿੱਚ ऊर्जा का प्रवाह किस तरह हुंदा है। इस तो बिना असीं पढ़ांगे 10% निजम की है, जैविक ਵਧਾਓ की है ਤੇ ਸਾਡੀ ਜਿਹੜੀ ਓਜ਼ੋਨ ਪਰਤ ਹੈ ਇਹ ਕੀ ਹੈ ਤੇ ਇਹ ਕਿਉਂ ਨਸ਼ਟ ਹੋ ਜਾਂਦੀ ਜਾ ਰਹੀ ਹੈ। ਇਸ ਤੋਂ ਬਿਨਾ ਅਸੀਂ ਅਭਿਆਸ ਦੇ ਪ੍ਰਸ਼ਨ ਉੱਤਰ ਵੀ ਸਾਂਝੇ ਕਰਾਂਗੇ। ਪਿਆਰੇ ਬੱਚਿਓ, ਜਿਸ ਤਰ੍ਹਾਂ ਤੁਸੀਂ ਨੇ ਅਕਸਰ ਅਖਬਾਰਾਂ ਵਿੱਚ ਸਮਾਚਾਰ ਪੱਤਰਾਂ ਵਿੱਚ ਸੁਣਿਆ ਹੈ ਵਾਤਾਵਰਣ ਬਾਰੇ ਵੀ ਵਾਤਾਵਰਣ ਖਰਾਬ ਹੁੰਦਾ ਜਾ ਰਿਹਾ ਹੈ, ਦੂਸ਼ਿਤ ਹੁੰਦਾ ਜਾ ਰਿਹਾ ਹੈ। ਇਸੇ ਲਈ ਇਸ ਤੋਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਇਹ ਵਿਸ਼ਾ ਸਾਡੇ ਲਈ ਕਿੰਨਾ ਜ਼ਰੂਰੀ ਹੈ। ਪਿਆਰੇ ਬੱਚਿਓ, ਵਾਤਾਵਰਣ ਕੀ ਹੈ? ਵਾਤਾਵਰਣ ਤੋਂ ਭਾਵ ਹੈ ਉਹ ਸਭ ਕੁਝ ਜੋ ਅਸੀਂ ਵੇਖਦੇ ਹਾਂ ਜਾਂ ਸਾਡਾ ਆਲਾ ਦੁਆਲਾ ਜਿਸ ਵਿੱਚ ਅਸੀਂ ਰਹਿੰਦੇ ਹਾਂ। ਜਿਸ ਤਰ੍ਹਾਂ ਇਸ ਪਿਕਚਰ ਦੇ ਵਿੱਚ ਤੁਹਾਨੂੰ ਆਲੇ ਦੁਆਲੇ ਦੀ ਪਿਕਚਰ ਦਿਖਾਈ ਦਿੰਦੀ ਹੈ ਜਿਹਦੇ ਵਿੱਚ ਪੌਦੇ ਨੇ, ਪਾਣੀ ਹੈ, ਮਿੱਟੀ ਹੈ, ਹਵਾ ਹੈ। ਇਸ ਤੋਂ ਬਿਨਾਂ ਜੀਵ ਜੰਤੂ ਵੀ ਇਸ ਵਿੱਚ ਸ਼ਾਮਲ ਹੁੰਦੇ ਹਨ। ਹੁਣ ਸਵਾਲ ਇਹ ਉੱਠਦਾ ਹੈ ਕਿ ਵਾਤਾਵਰਣ ਵਿਸ਼ਾ ਪੜ੍ਹਨਾ ਕਿਉਂ ਜ਼ਰੂਰੀ ਹੈ, ਇਸ ਨੂੰ ਸਾਡੀ ਪਾਠ ਪੁਸਤਕ ਦੇ ਵਿੱਚ ਕਿਉਂ ਸ਼ਾਮਲ ਕੀਤਾ ਗਿਆ ਹੈ। ਪਿਆਰੇ ਬੱਚਿਓ, ਅਸੀਂ ਵਾਤਾਵਰਣ ਦਾ ਅਨਿੱਖੜਵਾਂ ਅੰਗ ਹਾਂ। ਅਗਰ ਸਾਡਾ ਵਾਤਾਵਰਣ ਦੂਸ਼ਿਤ ਹੁੰਦਾ ਹੈ ਤਾਂ ਇਸ ਦਾ ਪ੍ਰਭਾਵ ਸਾਡੀ ਸਿਹਤ 'ਤੇ ਪੈਂਦਾ ਹੈ। ਵਾਤਾਵਰਣ ਦਾ ਪ੍ਰਭਾਵਿਤ ਹੋਣਾ ਹੀ ਸਾਡੀ ਸਿਹਤ ਦੇ ਨਾਲ ਜੁੜਿਆ ਹੈ। ਵਾਤਾਵਰਣ ਵਧੀਆ ਹੁੰਦਾ ਹੈ ਤਾਂ ਸਾਡੀ ਸਿਹਤ ਤੰਦਰੁਸਤ ਰਹਿੰਦੀ ਹੈ। ਇਸ ਲਈ ਸਾਨੂੰ ਇਸ ਵਿਸ਼ੇ ਨੂੰ ਪੜ੍ਹਨਾ ਜ਼ਰੂਰੀ ਹੈ। ਇਸ ਤੋਂ ਬਿਨਾਂ ਤੁਸੀਂ ਨੇ ਆਪਾਂ ਦੇਖਦੇ ਹਾਂ ਵੀ ਜਿਹੜੇ ਸਾਡੇ ਕੁਦਰਤੀ ਸਾਧਨ ਹਨ ਇਹ ਘਟਦੇ ਜਾ ਰਹੇ ਹਨ, ਖਤਮ ਹੁੰਦੇ ਜਾ ਰਹੇ ਹਨ। ਇਸ ਕਰਕੇ ਵੀ ਸਾਨੂੰ ਇਸ ਵਿਸ਼ੇ ਨੂੰ ਪੜ੍ਹਨਾ ਜ਼ਰੂਰੀ ਹੈ ਤਾਂ ਕਿ ਅਸੀਂ ਇਸ ਨੂੰ ਪੜ੍ਹ ਕੇ ਜਾਂ ਸਮਝ ਕੇ ਸਿੱਖੀਏ ਕਿ ਅਸੀਂ ਇਹਨਾਂ ਕੁਦਰਤੀ ਸਾਧਨਾਂ ਨੂੰ ਕਿਵੇਂ ਬਚਾ ਸਕਦੇ ਹਾਂ। ਚਾਹੇ ਸਾਡਾ ਪਾਣੀ ਹੋਵੇ ਜਾਂ ਪੈਟਰੋਲ, ਕੋਲਾ, ਇਹ ਸਾਡੇ ਸਾਰੇ ਕੁਦਰਤੀ ਸਾਧਨ ਨੇ। ਇਸ ਤੋਂ ਬਿਨਾਂ ਪਿਆਰੇ ਬੱਚਿਓ, ਇਸ ਨੂੰ ਪੜ੍ਹ ਕੇ ਅਸੀਂ ਵਾਤਾਵਰਣ ਨੂੰ ਪ੍ਰਦੂਸ਼ਣ ਘੱਟ ਕਰਨ ਦੇ ਵੀ ਯਤਨ ਕਰ ਸਕਦੇ ਹਾਂ। ਇਸ ਤਰ੍ਹਾਂ ਅਸੀਂ ਸਿੱਖ ਲਿਆ ਹੈ ਕਿ ਇਸ ਵਿਸ਼ੇ ਨੂੰ ਪੜ੍ਹਨਾ ਕਿੰਨਾ ਜ਼ਰੂਰੀ ਹੈ। ਇਸ ਤੋਂ ਬਿਨਾਂ ਪਿਆਰੇ ਬੱਚਿਓ, ਵਾਤਾਵਰਣ ਕੀ ਹੈ? ਇਸ ਤੋਂ ਬਿਨਾਂ ਵਾਤਾਵਰਣ ਦੇ ਅੰਸ਼ ਕਿਹੜੇ-ਕਿਹੜੇ ਹੁੰਦੇ ਹਨ? ਤਾਂ ਵਾਤਾਵਰਣ ਦੇ ਦੋ ਮੁੱਖ ਅੰਸ਼ ਹੁੰਦੇ ਹਨ, ਜੈਵਿਕ ਅੰਸ਼ ਅਤੇ ਅਜੈਵਿਕ ਅੰਸ਼। ਜਿਸ ਤਰ੍ਹਾਂ ਤੁਹਾਨੂੰ ਪਿਕਚਰ ਦੇ ਵਿੱਚ ਦਿਖਾਈ ਦੇ ਰਿਹਾ ਹੈ। ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਏਬਾਇਓਟਿਕ ਫੈਕਟਰਸ, ਜਿਨ੍ਹਾਂ ਨੂੰ ਅਸੀਂ ਅਜੈਵਿਕ ਅੰਸ਼ ਕਹਿੰਦੇ ਹਾਂ। ਤਾਂ ਅਜੈਵਿਕ ਅੰਸ਼ ਨਿਰਜੀਵ ਵਸਤੂਆਂ ਹੁੰਦੀਆਂ ਹਨ ਜਿਹੜੀਆਂ ਜਿਵੇਂ ਸਾਨੂੰ ਦਿਖ ਰਿਹਾ ਹੈ, ਹਵਾ ਹੈ, ਪਾਣੀ ਹੈ, ਮਿੱਟੀ ਹੈ, ਸੂਰਜ ਦੀ ਰੋਸ਼ਨੀ ਹੈ, ਇਹ ਸਾਡੇ ਅਜੈਵਿਕ ਅੰਸ਼ ਹਨ। ਇਸ ਤੋਂ ਬਿਨਾਂ ਸਾਡੇ ਜੈਵਿਕ ਜਾਂ ਬਾਇਓਟਿਕ ਫੈਕਟਰ ਹਨ ਪੌਦੇ, ਜੰਤੂ ਜਾਂ ਨਖੇੜਕ। ਇਸ ਤਰ੍ਹਾਂ ਇਹ ਦੋਨੇ ਮਿਲ ਕੇ ਸਾਡੇ ਵਾਤਾਵਰਣ ਦਾ ਨਿਰਮਾਣ ਕਰਦੇ ਹਨ। ਪਿਆਰੇ ਬੱਚਿਓ, ਹੁਣ ਜਿਹੜਾ ਸਾਡਾ ਅਗਲਾ ਬਹੁਤ ਹੀ ਜ਼ਰੂਰੀ ਵਿਸ਼ਾ ਹੈ परिस्थितिक प्रबंध। इस नूं असीं इंग्लिश दे विच ईकोसिस्टम बोलते हैं। तो ईकोसिस्टम दो शब्दों का मेल है जिस दे विच ईको तो भाव है वातावरण अते सिस्टम तो भाव है अंतर क्रियावां। जानी कि वातावरण विच होण वालियां अंतर क्रियावां चाहे वह सजीव ते निर्जीव विचकार होण
ਚਾਹੇ ਸਜੀਵ ਦੀ ਸੰਜੀਵ ਵਿਚਕਾਰ ਹੋਣ। ਇਸ ਨੂੰ ਅਸੀਂ ਪ੍ਰਸਥਿਤਿਕ ਪ੍ਰਬੰਧ ਕਹਿੰਦੇ ਹਾਂ। ਪ੍ਰਸਥਿਤਿਕ ਪ੍ਰਬੰਧ ਤੋਂ ਸਾਨੂੰ ਇਹ ਪਤਾ ਲੱਗਦਾ ਹੈ, ਜਿਸ ਤਰ੍ਹਾਂ ਸਾਨੂੰ ਬਗੀਚੇ ਦੀ ਫੋਟੋ ਦਿਖਾਈ ਦੇ ਰਹੀ ਹੈ, ਸਾਨੂੰ ਇਹ ਪਤਾ ਲੱਗਦਾ ਹੈ ਕਿ ਕਿਸ ਤਰ੍ਹਾਂ ਸਜੀਵ ਨੂੰ ਸਜੀਵ ਦੀ ਲੋੜ ਹੈ ਜਾਂ ਸਜੀਵ ਨੂੰ ਨਿਰਜੀਵ ਦੀ ਲੋੜ ਹੈ। ਇਹ ਸਾਡਾ ਪ੍ਰਸਥਿਤਿਕ ਪ੍ਰਬੰਧ ਹੈ। ਇਸ ਤੋਂ ਬਿਨਾਂ ਹੁਣ ਸਾਡੇ ਕੋਲ ਅੱਗੇ ਹੈ ਪ੍ਰਸਥਿਤਿਕ ਪ੍ਰਬੰਧ ਕਿੰਨੀ ਕਿਸਮ ਦਾ ਹੁੰਦਾ ਹੈ। ਪਿਆਰੇ ਬੱਚਿਓ, ਪ੍ਰਸਥਿਤਿਕ ਪ੍ਰਬੰਧ ਮੁੱਖ ਰੂਪ ਦੇ ਵਿੱਚ ਦੋ ਤਰ੍ਹਾਂ ਦਾ ਹੁੰਦਾ ਹੈ। ਪਹਿਲਾ ਹੈ ਬਨਾਵਟੀ ਪ੍ਰਸਥਿਤਿਕ ਪ੍ਰਬੰਧ, ਦੂਸਰਾ ਹੈ ਕੁਦਰਤੀ। ਜਿਹੜਾ ਬਨਾਵਟੀ ਹੁੰਦਾ ਹੈ ਇਹ ਮਨੁੱਖ ਦੁਆਰਾ ਨਿਰਮਿਤ ਹੈ। ਜੋ ਪ੍ਰਬੰਧ ਮਨੁੱਖ ਨੇ ਬਣਾਇਆ ਹੈ ਉਸ ਨੂੰ ਅਸੀਂ ਬਨਾਵਟੀ ਪ੍ਰਸਥਿਤਿਕ ਪ੍ਰਬੰਧ ਕਹਿੰਦੇ ਹਾਂ, ਜਿਵੇਂ ਬਗੀਚਾ ਜਾਂ ਗਾਰਡਨ। ਦੂਸਰਾ ਕੁਦਰਤੀ, ਸਾਨੂੰ ਜੰਗਲ ਦੀ ਇੱਕ ਤਸਵੀਰ ਨਜ਼ਰ ਰਹੀ ਹੈ, ਦਿਖਾਈ ਦੇ ਰਹੀ ਹੈ, ਇਹ ਸਾਡੇ ਕੋਲ ਕੀ ਹੈ? ਕੁਦਰਤੀ ਪ੍ਰਸਥਿਤਿਕ ਪ੍ਰਬੰਧ ਹੈ। ਹੁਣ ਅਸੀਂ ਦੇਖਿਆ ਹੈ ਵੀ ਜਿਹੜੇ ਜੈਵਿਕ ਅੰਸ਼ ਹੁੰਦੇ ਹਨ ਇਹ ਇਸ ਦੇ ਵਿੱਚ ਸਜੀਵ ਸ਼ਾਮਲ ਹਨ। ਤਾਂ ਸਾਡੇ ਕੋਲ ਜਿਹੜੇ ਸਜੀਵ ਨੇ ਉਹ ਕਈ ਤਰ੍ਹਾਂ ਦੇ ਨੇ। ਇਹਦੇ ਵਿੱਚ ਮੁੱਖ ਰੂਪ ਦੇ ਵਿੱਚ ਅਸੀਂ ਤਿੰਨ ਤਰ੍ਹਾਂ ਨੂੰ ਦੇ ਵਿੱਚ ਡਿਵਾਈਡ ਕਰਦੇ ਹਾਂ। ਪਹਿਲਾ ਹੁੰਦੇ ਹਨ ਉਤਪਾਦਕ, ਦੂਜਾ ਖਪਤਕਾਰ ਅਤੇ ਤੀਸਰਾ ਨਖੇੜਕ। ਹੁਣ ਉਤਪਾਦਕ ਕੀ ਹਨ? ਪਿਆਰੇ ਬੱਚਿਓ, ਉਤਪਾਦਕ ਸਾਡੇ ਪੌਦੇ ਹਨ, ਸਵੈ-ਪੋਸ਼ੀ ਜੀਵ ਹਨ। ਇਹ ਪੌਦੇ ਜਾਂ ਸਵੈ-ਪੋਸ਼ੀ ਜਾਂ ਇਹਨਾਂ ਨੂੰ ਅਸੀਂ ਉਤਪਾਦਕ ਕਹਿੰਦੇ ਹਾਂ। ਇਹ ਸੂਰਜ ਦੀ ਰੌਸ਼ਨੀ ਵਿੱਚ ਕਲੋਰੋਫਿਲ ਦੀ ਮਦਦ ਦੇ ਨਾਲ ਪ੍ਰਕਾਸ਼ ਸੰਸਲੇਸ਼ਨ ਕਿਰਿਆ ਰਾਹੀਂ ਆਪਣਾ ਭੋਜਨ ਆਪ ਤਿਆਰ ਕਰਦੇ ਹਨ। ਇਹਨਾਂ ਨੂੰ ਅਸੀਂ ਉਤਪਾਦਕ ਕਹਿੰਦੇ ਹਾਂ। ਜਿਸ ਤਰ੍ਹਾਂ ਸਾਡੇ ਕੋਲ ਇਸ ਤਸਵੀਰ ਦੇ ਵਿੱਚ ਪੌਦੇ ਦਿਖਾਈ ਦੇ ਰਹੇ ਹਨ, ਇਹ ਉਤਪਾਦਕ ਹਨ। ਇਸ ਤੋਂ ਬਿਨਾਂ ਨੀਲੀ ਹਰੀ ਕਾਈ ਜੋ ਅਕਸਰ ਸਾਨੂੰ ਟੋਭਿਆਂ ਤਲਾਬਾਂ ਵਿੱਚ ਵਿਖਾਈ ਦਿੰਦੀ ਹੈ, ਇਹ ਵੀ ਉਤਪਾਦਕ ਦੀ ਉਦਾਹਰਣ ਹਨ। ਅਗਲਾ ਸਾਡਾ ਹੈ ਦੂਸਰੇ ਜੀਵ ਹਨ ਖਪਤਕਾਰ। ਪਿਆਰੇ ਬੱਚਿਓ, ਖਪਤਕਾਰ ਕਿਹੜੇ ਹੁੰਦੇ ਹਨ? ਉਹ ਜੀਵ ਜੋ ਆਪਣੇ ਭੋਜਨ ਲਈ ਉਤਪਾਦਕਾਂ 'ਤੇ ਨਿਰਭਰ ਨੇ, ਉਹਨਾਂ ਨੂੰ ਅਸੀਂ ਖਪਤਕਾਰ ਕਹਿੰਦੇ ਹਾਂ। ਇਹ ਉਤਪਾਦਕ ਜਾਣੀ ਕਿ ਪੌਦਿਆਂ ਤੋਂ ਆਪਣਾ ਭੋਜਨ ਲੈਂਦੇ ਹਨ, ਸਿੱਧੇ ਜਾਂ ਸਿੱਧੇ ਰੂਪ ਦੇ ਵਿੱਚ। ਖਪਤਕਾਰ ਵੀ ਸਾਡੇ ਕੋਲ ਅੱਗੇ ਕਈ ਕਿਸਮ ਦੇ ਹਨ। ਪਹਿਲੇ ਖਪਤਕਾਰ ਹਨ ਸ਼ਾਕਾਹਾਰੀ, ਜੋ ਸਿਰਫ ਪੇੜ ਪੌਦੇ ਖਾਂਦੇ ਹਨ, ਜਿਵੇਂ ਅਸੀਂ ਘਰਾਂ ਦੇ ਵਿੱਚ ਗਾਵਾਂ ਜਾਂ ਮੱਝਾਂ ਦੇਖਦੇ ਹਾਂ। ਉਸ ਤੋਂ ਦੂਸਰੀ ਹੈ ਸਾਡੇ ਕੋਲ ਮਾਸਾਹਾਰੀ। ਮਾਸਾਹਾਰੀ ਉਹ ਜੀਵ ਹੁੰਦੇ ਹਨ ਜੋ ਆਪਣੇ ਭੋਜਨ ਨੂੰ ਮਾਸ ਦੁਆਰਾ ਪ੍ਰਾਪਤ ਕਰਦੇ ਹਨ, ਜਿਵੇਂ ਸਾਡੇ ਕੋਲ ਇਸ ਤਸਵੀਰ ਦੇ ਵਿੱਚ ਸ਼ੇਰ ਦਿਸ ਰਿਹਾ ਹੈ, ਇਹ ਸਾਡੇ ਕੋਲ ਮਾਸਾਹਾਰੀ ਹੈ। ਤੀਸਰਾ ਹੈ ਸਰਬਹਾਰੀ, ਜਿਵੇਂ ਮਨੁੱਖ ਦੋਨੇ ਤਰ੍ਹਾਂ ਦਾ ਭੋਜਨ ਗ੍ਰਹਿਣ ਕਰਦਾ ਹੈ। ਉਹ ਪੌਦੇ ਵੀ ਖਾਂਦਾ ਹੈ, ਫਸਲਾਂ, ਅਤੇ ਇਸ ਤੋਂ ਬਿਨਾਂ ਉਹ ਮਾਸ ਵੀ ਖਾਂਦਾ ਹੈ। ਤਾਂ ਮਨੁੱਖ ਹੈ ਸਾਡੇ ਕੋਲ ਸਰਬਹਾਰੀ। ਪਿਆਰੇ ਬੱਚਿਓ, ਅਗਲੇ ਸਾਡੇ ਕੋਲ ਹੈ ਪਰਜੀਵੀ। ਪਰਜੀਵੀ ਉਹ ਹੁੰਦੇ ਹਨ ਜਿਹੜੇ ਦੂਸਰੇ ਉੱਤੇ ਰਹਿੰਦੇ ਹਨ ਅਤੇ ਉੱਥੋਂ ਆਪਣਾ ਭੋਜਨ ਪ੍ਰਾਪਤ ਕਰਦੇ ਹਨ, ਜਿਵੇਂ ਸਾਡੇ ਕੋਲ ਅਸੀਂ ਛੋਟੀਆਂ ਜਮਾਤਾਂ ਵਿੱਚ ਅਮਰਬੇਲ ਅਤੇ ਜੂੰ ਬਾਰੇ ਸੁਣਿਆ ਹੈ। ਅਗਲੀ ਸਾਡੇ ਕੋਲ ਕਿਸਮ ਹੈ ਨਖੇੜਕ। ਨਖੇੜਕ ਉਹ ਹੁੰਦੇ ਹਨ, ਇਹਨਾਂ ਨੂੰ ਅਸੀਂ ਆਪਣਾ ਸਫਾਈ ਸੇਵਕ ਵੀ ਕਹਿੰਦੇ ਹਾਂ, ਕਿਉਂਕਿ ਇਹ ਮਰੀਆਂ ਗਲੀਆਂ ਸੜੀਆਂ ਚੀਜ਼ਾਂ ਨੂੰ ਮਿੱਟੀ ਵਿੱਚ ਬਦਲ ਕੇ ਪੋਸ਼ਕ ਤੱਤਾਂ ਦਾ ਨਿਰਮਾਣ ਕਰਦੇ ਹਨ ਅਤੇ ਸਾਡੇ ਵਾਤਾਵਰਣ ਨੂੰ ਸਾਫ਼ ਸੁਥਰਾ ਰੱਖਦੇ ਹਨ। ਇਸ ਕਰਕੇ ਨਖੇੜਕਾਂ ਨੂੰ ਅਸੀਂ ਸਫਾਈ ਸੇਵਕ ਦੇ ਤੌਰ 'ਤੇ ਵੀ ਜਾਣਦੇ ਹਾਂ। ਅੱਗੇ ਸਾਡੇ ਕੋਲ ਬਹੁਤ ਜ਼ਰੂਰੀ ਵਿਸ਼ਾ ਹੈ ਭੋਜਨ ਲੜੀ। ਪਿਆਰੇ ਬੱਚਿਓ, ਭੋਜਨ ਲੜੀ ਕੀ ਹੈ? ਜਿਸ ਤਰ੍ਹਾਂ ਸਾਨੂੰ ਤਸਵੀਰ ਦੇ ਵਿੱਚ ਦਿਖਾਈ ਦੇ ਰਿਹਾ ਹੈ ਵੀ ਘਾਹ ਹੈ, ਘਾਹ ਨੂੰ ਕੌਣ ਖਾ ਰਿਹਾ ਹੈ? ਗ੍ਰਾਸ ਹੌਪਰ ਨੂੰ ਕੌਣ ਖਾਂਦਾ ਹੈ? ਫਰੋਗ ਨੂੰ ਕੌਣ ਖਾਂਦਾ ਹੈ? ਸਨੇਕ, ਅਤੇ ਸਨੇਕ ਨੂੰ ਖਾਂਦੀ ਹੈ ਈਗਲ। ਅਤੇ ਜਦੋਂ ਈਗਲ ਮਰ ਜਾਂਦੀ ਹੈ ਤਾਂ ਨਖੇੜਕ ਇਸ ਨੂੰ ਆਪਣਾ ਭੋਜਨ ਬਣਾਉਂਦੇ ਹਨ। ਇਸ ਤਰ੍ਹਾਂ ਇਹਨਾਂ ਦੇ ਜੁੜਨ ਦੇ ਨਾਲ ਇੱਕ ਲੜੀ ਬਣ ਜਾਂਦੀ ਹੈ, ਜਿਸ ਨੂੰ ਅਸੀਂ
ਭੋਜਨ ਲੜੀ ਕਹਿੰਦੇ ਹਾਂ। ਪਿਆਰੇ ਬੱਚਿਓ, ਭੋਜਨ ਲੜੀ ਦੇ ਵਿੱਚ ਅਸੀਂ ਦੇਖਿਆ ਇੱਕ ਜੀਵ ਨੂੰ ਦੂਸਰਾ ਖਾ ਰਿਹਾ ਹੈ, ਦੂਸਰੇ ਨੂੰ ਅਗਲਾ ਜੀਵ ਖਾ ਰਿਹਾ ਹੈ। ਇਸ ਤਰ੍ਹਾਂ ਇਹਦੇ ਵਿੱਚ ਅਸੀਂ ਕਹਿ ਸਕਦੇ ਹਾਂ ਸਾਡੇ ਕੋਲ ਇੱਕ ਭੋਜਨ ਲੜੀ ਦੇ ਵਿੱਚ 3-4 ਪੜਾਅ ਹਨ, ਯਾਨੀ 3-4 ਜੀਵ ਨੇ ਜਿਹੜੇ ਜੁੜੇ ਹੋਏ ਹਨ। ਇਸ ਤੋਂ ਬਾਅਦ ਸਾਡੇ ਕੋਲ ਅਗਲਾ ਹੈ ਭੋਜਨ ਜਾਲ। ਜਦੋਂ ਕਈ ਭੋਜਨ ਲੜੀਆਂ ਆਪਸ ਵਿੱਚ ਮਿਲ ਜਾਂਦੀਆਂ ਹਨ ਤਾਂ ਉਹ ਭੋਜਨ ਜਾਲ ਦਾ ਨਿਰਮਾਣ ਕਰਦੀਆਂ ਹਨ। ਤਾਂ ਪਿਆਰੇ ਬੱਚਿਓ, ਕੋਈ ਵੀ ਲੜੀ ਹੋਵੇ ਭੋਜਨ ਜਾਲ ਦੀ, ਹਰੇਕ ਲੜੀ ਸਿਰਫ ਤੇ ਸਿਰਫ ਉਤਪਾਦਕ ਜਾਂ ਪੌਦਿਆਂ ਤੋਂ, ਸਵੈ-ਪੋਸ਼ੀ ਜੀਵਾਂ ਤੋਂ ਹੀ ਸ਼ੁਰੂ ਹੁੰਦੀ ਹੈ। ਹੁਣ ਅਸੀਂ ਦੇਖਿਆ ਸੀ ਵੀ ਭੋਜਨ ਲੜੀ ਦੀ ਵਿੱਚ ਕਈ ਪੱਧਰ ਨੇ, ਕਈ ਪੜਾਅ ਨੇ। ਤਾਂ ਭੋਜਨ ਲੜੀ ਦਾ ਹਰ ਪੱਧਰ ਨੂੰ ਅਸੀਂ ਆਹਾਰੀ ਪੱਧਰ ਕਹਿੰਦੇ ਹਾਂ। ਜਿਸ ਤਰ੍ਹਾਂ ਤੁਹਾਨੂੰ ਪਿਰਾਮਿਡ ਦੇ ਵਿੱਚ ਨਜ਼ਰ ਆ ਰਿਹਾ ਹੈ, ਸਭ ਤੋਂ ਪਹਿਲਾ ਆਹਾਰੀ ਪੱਧਰ ਨੇ ਪ੍ਰੋਡਿਊਸਰ, ਜਿਹਨੂੰ ਪੰਜਾਬੀ ਦੇ ਵਿੱਚ ਅਸੀਂ ਉਤਪਾਦਕ ਕਹਿੰਦੇ ਹਾਂ। ਫਿਰ ਸਾਡੇ ਕੋਲ ਨੇ ਕੰਜ਼ਿਊਮਰ, ਚਾਹੇ ਉਹ ਪ੍ਰਾਇਮਰੀ ਹੋਵੇ, ਸੈਕੰਡਰੀ ਹੋਵੇ ਜਾਂ ਟਰਸ਼ਰੀ ਹੋਵੇ। ਇਹ ਹੈ ਖਪਤਕਾਰ, ਜਾਣੀ ਕਿ ਉਤਪਾਦਕ ਪਹਿਲਾ ਆਹਾਰੀ ਪੱਧਰ ਹਨ। ਫਿਰ ਇਸ ਤਰ੍ਹਾਂ ਹੀ ਖਪਤਕਾਰ, ਚਾਹੇ ਉਹ ਸ਼ਾਕਾਹਾਰੀ ਹੋਣ ਤਾਂ ਦੂਜਾ ਆਹਾਰੀ ਪੱਧਰ, ਮਾਸਾਹਾਰੀ ਹੋਣ ਉਹ ਤੀਜਾ ਆਹਾਰੀ ਪੱਧਰ। ਅਤੇ ਇਸ ਤਰ੍ਹਾਂ ਸਾਡੇ ਇਹ ਇੱਕ ਭੋਜਨ ਲੜੀ ਦੇ ਵਿੱਚ ਕਈ ਆਹਾਰੀ ਪੱਧਰ ਹੁੰਦੇ ਨੇ। ਅਗਲਾ ਹੈ ਸਾਡੇ ਕੋਲ ਇਹਨਾਂ ਆਹਾਰੀ ਪੱਧਰਾਂ ਦੇ ਵਿੱਚ ਊਰਜਾ ਦਾ ਪ੍ਰਵਾਹ ਹੁੰਦਾ ਹੈ। ਉਹ ਊਰਜਾ ਦਾ ਪ੍ਰਵਾਹ ਕਿਸ ਤਰ੍ਹਾਂ ਹੁੰਦਾ ਹੈ? ਜਿਸ ਤਰ੍ਹਾਂ ਸਾਨੂੰ ਇਹ ਪਿਕਚਰ ਦਿਖਾਈ ਦੇ ਰਹੀ ਹੈ, ਇਹਦੇ ਵਿੱਚ ਸਭ ਤੋਂ ਪਹਿਲਾਂ ਜਿਹੜੇ ਉਤਪਾਦਕ ਨੇ ਉਹ ਖਪਤਕਾਰਾਂ ਨੂੰ ਊਰਜਾ ਭੇਜਦੇ ਨੇ। ਜਿਵੇਂ ਸਾਨੂੰ ਦਿਖ ਰਿਹਾ ਹੈ, ਪ੍ਰੋਡਿਊਸਰ ਕੋਲ, ਉਤਪਾਦਕ ਕੋਲ 10,000 ਕਿਲੋ ਕੈਲਰੀ ਊਰਜਾ ਹੈ। ਉਹ ਭੋਜਨ ਦੇ ਰੂਪ ਦੇ ਵਿੱਚ ਉਸ ਨੂੰ ਖਪਤਕਾਰ ਖਾਂਦੇ ਹਨ, ਤਾਂ ਖਪਤਕਾਰਾਂ ਦੇ ਵਿੱਚ ਉਸ ਊਰਜਾ ਦਾ ਸਿਰਫ 10% ਭਾਗ ਹੀ ਜਾਂਦਾ ਹੈ। ਯਾਨੀ ਕਿ ਖਪਤਕਾਰਾਂ ਕੋਲ, ਅਗਲੇ ਖਪਤਕਾਰ ਕੋਲ 1,000 ਕਿਲੋ ਕੈਲਰੀ ਗਈ 10,000 ਦੇ ਵਿੱਚੋਂ, ਉਸ ਤੋਂ ਅਗਲੇ ਕੋਲ 100 ਅਤੇ ਉਸ ਦੇ ਅਗਲੇ ਕੋਲ 10। ਇਸ ਤਰ੍ਹਾਂ ਅਸੀਂ ਦੇਖਿਆ ਵੀ ਉਤਪਾਦਕ ਤੋਂ ਲੈ ਕੇ ਸਾਰੇ ਖਪਤਕਾਰਾਂ ਤੱਕ ਸਿਰਫ 10% ਭਾਗ ਹੀ ਊਰਜਾ ਦਾ ਜਾਂਦਾ ਹੈ। ਇਸ ਨੂੰ ਅਸੀਂ 10% ਨਿਯਮ ਵਜੋਂ ਜਾਣਦੇ ਹਾਂ। ਪਿਆਰੇ ਬੱਚਿਓ, ਇੱਥੇ ਇੱਕ ਗੱਲ ਦੱਸਣੀ ਬਣਦੀ ਹੈ ਵੀ ਜਿਹੜੇ ਪੌਦੇ ਹਨ ਉਹਨਾਂ ਕੋਲ ਸਭ ਤੋਂ ਵੱਧ ਊਰਜਾ ਹੁੰਦੀ ਹੈ ਅਤੇ ਅਖੀਰਲੇ ਖਪਤਕਾਰ ਕੋਲ ਸਭ ਤੋਂ ਘੱਟ ਊਰਜਾ ਹੁੰਦੀ ਹੈ। ਉਸ ਤੋਂ ਬਾਅਦ ਸਾਡਾ ਅਗਲਾ ਵਿਸ਼ਾ ਹੈ ਜੈਵਿਕ ਵਧਾਓ। ਜੈਵਿਕ ਵਧਾਓ ਜਿਸ ਤਰ੍ਹਾਂ ਤਸਵੀਰ ਦੇ ਵਿੱਚ ਨਜ਼ਰ ਆ ਰਿਹਾ ਹੈ, ਪਹਿਲੀ ਤਸਵੀਰ ਦੇ ਵਿੱਚ ਤਾਂ ਇੱਕ ਪੱਟੀ ਨਜ਼ਰ ਆ ਰਹੀ ਹੈ। ਤਾਂ ਅਸੀਂ ਦੇਖਦੇ ਹਾਂ ਮਨੁੱਖ ਦੇ ਨੀਚੇ ਉਹ ਜਿਹੜੀ ਪੱਟੀ ਹੈ ਉਹ ਜ਼ਿਆਦਾ ਕਾਲੀ ਹੈ। ਤਾਂ ਇਸ ਤੋਂ ਸਾਨੂੰ ਕੀ ਪਤਾ ਲੱਗਦਾ ਹੈ ਵੀ ਜਦੋਂ ਸਪਰੇਅ ਜਾਂ ਰਸਾਇਣ ਨੇ ਜਿਹੜੇ ਉਹ ਮਨੁੱਖ ਦੀ ਭੋਜਨ ਲੜੀ ਵਿੱਚ ਜਾ ਕੇ, ਮਨੁੱਖ ਦੇ ਸਰੀਰ ਅੰਦਰ ਜਾ ਕੇ ਗਾੜੇ ਹੋ ਜਾਂਦੇ ਨੇ। ਇਹ ਜਿਹੜੇ ਰਸਾਇਣ ਨੇ ਇਹਨਾਂ ਦਾ ਸਾਡੇ ਸਰੀਰ ਵਿੱਚ ਜਾ ਕੇ ਗਾੜੇ ਹੋਣ ਨੂੰ ਜੈਵਿਕ ਵਧਾਓ ਕਿਹਾ ਜਾਂਦਾ ਹੈ। ਤਾਂ ਜੈਵਿਕ ਵਧਾਓ ਸਾਡੇ ਲਈ ਹਾਨੀਕਾਰਕ ਹੈ। ਇਸ ਤੋਂ ਬਾਅਦ ਸਾਡੇ ਕੋਲ ਅਗਲਾ ਵਿਸ਼ਾ ਹੈ ਓਜ਼ੋਨ ਪਰਤ। ਪਿਆਰੇ ਬੱਚਿਓ, ਓਜ਼ੋਨ ਪਰਤ ਸਾਡੇ ਵਾਯੂਮੰਡਲ ਦੇ ਵਿੱਚ ਹੈ। ਇਹ ਸਾਡੀ ਟ੍ਰੋਪੋਸਫੀਅਰ ਅਤੇ ਸਟ੍ਰੈਟੋਸਫੀਅਰ ਦੇ ਵਿੱਚ ਸਥਿਤ ਹੈ। ਜਿਸ ਤਰ੍ਹਾਂ ਸਾਨੂੰ ਇਸ ਪਿਕਚਰ ਦੇ ਵਿੱਚ ਦਿਖਾਈ ਦੇ ਰਿਹਾ ਹੈ, ਓਜ਼ੋਨ ਪੱਟੀ ਸਾਡੇ ਕੋਲ 2 ਪਰਤਾਂ ਦੇ ਵਿਚਕਾਰ ਹੈ। ਇਹ ਓਜ਼ੋਨ ਪਰਤ ਸਾਡੇ ਕੋਲ ਸਾਨੂੰ ਸੂਰਜ ਤੋਂ ਆ ਰਹੀਆਂ ਪਰਾਵੈਂਗਣੀ ਕਿਰਨਾਂ ਤੋਂ ਬਚਾਉਂਦੀ ਹੈ, ਕਿਉਂਕਿ ਇਹ ਪਰਾਵੈਂਗਣੀ ਕਿਰਨਾਂ ਸਾਡੇ ਲਈ ਹਾਨੀਕਾਰਕ ਹਨ। ਸਾਨੂੰ ਚਮੜੀ ਦੇ ਕੈਂਸਰ, ਮੋਤੀਆਬਿੰਦ ਜਾਂ ਹੋਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਕਰਦੇ ਹਨ। ਇਸ ਲਈ ਇਸ ਪਰਤ ਦਾ ਬਣਿਆ ਰਹਿਣਾ ਬਹੁਤ ਜ਼ਰੂਰੀ ਹੈ। ਪਿਆਰੇ ਬੱਚਿਓ, ਇਹ ਪਰਤ ਓਜ਼ੋਨ ਦੇ ਅਣੂ ਜਿਹੜੇ ਆਕਸੀਜਨ ਦੇ 3 ਪਰਮਾਣੂਆਂ ਤੋਂ ਮਿਲ ਕੇ ਬਣੇ ਨੇ ਉਹਨਾਂ ਤੋਂ ਬਣਦੀ ਹੈ। ਪਰੰਤੂ ਅੱਜ ਕੱਲ੍ਹ ਇਹ ਪਰਤ ਨਸ਼ਟ ਹੁੰਦੀ ਜਾ ਰਹੀ ਹੈ। ਇਸ ਨੂੰ ਨਸ਼ਟ ਕਰਨ ਵਾਲਾ ਕਿਹੜਾ ਪਦਾਰਥ ਹੈ? ਇਸ ਨੂੰ ਨਸ਼ਟ ਕਰਨ ਵਾਲੇ ਪਦਾਰਥ ਦਾ ਨਾਮ ਹੈ CFC। CFC ਦਾ ਮਤਲਬ ਹੈ ਕਲੋਰੋਫਲੋਰੋਕਾਰਬਨ।
ਤਾਂ ਕਲੋਰੋਫਲੋਰੋਕਾਰਬਨ ਜਿਹੜਾ ਰੈਫਰੀਜਰੇਟਰਾਂ, ਫਰਿੱਜਾਂ ਜਾਂ ਏਸੀਆਂ ਦੇ ਵਿੱਚੋਂ ਨਿਕਲਦਾ ਹੈ, ਇਹ ਪਦਾਰਥ ਸਾਡੇ ਓਜ਼ੋਨ ਪੱਟੀ ਨੂੰ ਨਸ਼ਟ ਕਰ ਰਿਹਾ ਹੈ। ਪਿਆਰੇ ਬੱਚਿਓ, ਇਸ ਪਦਾਰਥ ਨੂੰ ਘੱਟ ਕਰਨ ਦੇ ਲਈ 1987 ਦੇ ਵਿੱਚ ਇੱਕ ਸੰਸਥਾ ਜਿਸ ਦਾ ਤੁਸੀਂ ਲੋਗੋ ਦੇਖ ਰਹੇ ਹੋ, ਯੂਨੈਪ ਦਾ ਮਤਲਬ ਹੈ ਸੰਯੁਕਤ ਰਾਸ਼ਟਰ ਵਾਤਾਵਰਣ ਪ੍ਰੋਗਰਾਮ। ਇਹ ਜਿਹੜੀ ਸੰਸਥਾ ਹੈ, ਇਸ ਦੁਆਰਾ ਸਾਰੇ ਦੇਸ਼ਾਂ ਦੇ ਵਿੱਚ ਇੱਕ ਸੰਧੀ ਕਰਾਈ ਗਈ। ਉਹ ਸੰਧੀ ਕੀ ਸੀ? ਉਸ ਦੇ ਵਿੱਚ CFC ਨੂੰ ਘਟਾਉਣ ਦੀ ਗੱਲ ਕਹੀ ਗਈ। ਪਿਆਰੇ ਬੱਚਿਓ, ਇਸ ਤੋਂ ਬਾਅਦ ਸਾਡੇ ਕੋਲ ਜਿਸ ਤਰ੍ਹਾਂ ਓਜ਼ੋਨ ਦਾ ਜਿਹੜਾ ਪੱਟੀ ਹੈ ਉਹ ਨਸ਼ਟ ਹੋ ਰਹੀ ਹੈ, ਇਸੇ ਤਰ੍ਹਾਂ ਅਗਲਾ ਸਾਡੇ ਕੋਲ ਜਿਹੜਾ ਚਿੰਤਾ ਦਾ ਵਿਸ਼ਾ ਹੈ ਉਹ ਹੈ ਕੂੜਾ ਕਰਕਟ। ਤਾਂ ਸਾਡੇ ਆਲੇ ਦੁਆਲੇ ਦੋ ਤਰ੍ਹਾਂ ਦਾ ਕੂੜਾ ਕਰਕਟ ਹੁੰਦਾ ਹੈ। ਪਹਿਲਾ ਹੈ ਜੈਵ ਵਿਘਟਨਸ਼ੀਲ, ਜਿਹੜਾ ਆਸਾਨੀ ਨਾਲ ਗਲ ਜਾਂਦਾ ਹੈ, ਜਿਵੇਂ ਫਲਾਂ ਦੇ ਛਿਲਕੇ, ਕਾਗਜ਼ ਜਾਂ ਲੱਕੜੀ। ਇਹ ਆਸਾਨੀ ਨਾਲ ਗਲ ਕੇ ਇਹਨਾਂ ਦੀ ਮਿੱਟੀ ਬਣ ਜਾਂਦੀ ਹੈ। ਇਹਨਾਂ ਨੂੰ ਅਸੀਂ ਜੈਵ ਵਿਘਟਨਸ਼ੀਲ ਕਹਿੰਦੇ ਹਾਂ। ਇਹ ਪਦਾਰਥ, ਇਹ ਕੂੜਾ ਕਰਕਟ, ਜਿਵੇਂ ਹੁਣ ਅਸੀਂ ਗੱਲ ਕਰੀਏ ਛਿਲਕਿਆਂ ਦੀ, ਇਹ 3-4 ਹਫ਼ਤੇ ਦੇ ਵਿੱਚ ਗਲ ਜਾਂਦੇ ਨੇ, ਮਿੱਟੀ ਬਣ ਜਾਂਦੇ ਨੇ। ਪਰੰਤੂ ਦੂਸਰੀ ਕਿਸਮ ਹੈ ਜੈਵ ਅਵਿਘਟਨਸ਼ੀਲ। ਇਹ ਉਹ ਕੂੜਾ ਕਰਕਟ ਹੈ ਜਿਹੜਾ ਲੰਮੇ ਸਮੇਂ ਤੱਕ ਮਿੱਟੀ ਵਿੱਚ ਪਿਆ ਰਹਿੰਦਾ ਹੈ। ਇਹਦੇ ਵਿੱਚ ਸਾਡੇ ਕੋਲ ਹੈ ਪੋਲੀਥੀਨ ਦੇ ਲਿਫਾਫੇ, ਬੋਟਲਸ ਜਾਂ ਕੇਨ। ਇਹ ਕੂੜਾ ਕਰਕਟ ਸਾਡੇ ਕੋਲ ਉਵੇਂ ਪਿਆ ਰਹਿੰਦਾ ਹੈ। ਜੇ ਹੁਣ ਅਸੀਂ ਇੱਥੇ ਇੱਕ ਜ਼ਰੂਰੀ ਗੱਲ ਕਰਨੀ ਬਣਦੀ ਹੈ ਵੀ ਜਿਹੜੇ ਪੋਲੀਥੀਨ ਦੇ ਲਿਫਾਫੇ ਨੇ ਜਾਂ ਪਲਾਸਟਿਕ ਹੈ, ਇਸ ਨੂੰ ਘਟਿਤ ਹੋਣ ਦੇ ਲਈ, ਮਿੱਟੀ ਬਣਨ ਦੇ ਲਈ ਇਸ ਨੂੰ 1 ਮਿਲੀਅਨ ਸਾਲ ਦਾ ਸਮਾਂ ਲੱਗਦਾ ਹੈ, ਜਿਹੜਾ ਬਹੁਤ ਜ਼ਿਆਦਾ ਹੈ। ਇਸ ਲਈ ਸਾਨੂੰ ਇਸ ਕੂੜੇ ਕਰਕਟ ਨੂੰ ਘੱਟ ਕਰਨ ਦੇ ਯਤਨ ਕਰਨੇ ਚਾਹੀਦੇ ਨੇ। ਇਹ ਵੀ ਪਿਆਰੇ ਬੱਚਿਓ, ਮੈਂ ਤੁਹਾਨੂੰ ਪਿਛਲੀ ਸਲਾਈਡ ਦੇ ਵਿੱਚ ਦੱਸ ਚੁੱਕਿਆ ਵੀ ਜਿਹੜਾ ਕੂੜਾ ਕਰਕਟ ਹੈ ਇਹ ਮੁੱਖ ਰੂਪ ਵਿੱਚ ਦੋ ਤਰ੍ਹਾਂ ਦਾ ਹੈ, ਜੈਵ ਵਿਘਟਨਸ਼ੀਲ, ਜੈਵ ਅਵਿਘਟਨਸ਼ੀਲ। ਇਹਨਾਂ ਦੀਆਂ ਉਦਾਹਰਨਾਂ ਵੀ ਤੁਹਾਨੂੰ ਮੈਂ ਦੱਸ ਚੁੱਕਿਆ ਹਾਂ ਪਿਛਲੀ ਸਲਾਈਡ ਦੇ ਵਿੱਚ। ਹੁਣ ਪਿਆਰੇ ਬੱਚਿਓ, ਅਸੀਂ ਸਾਡੀ ਪਾਠ ਪੁਸਤਕ ਦਾ ਬਹੁਤ ਹੀ ਜ਼ਰੂਰੀ ਵਿਸ਼ਾ ਅਭਿਆਸ ਦੇ ਪ੍ਰਸ਼ਨ ਉੱਤਰ ਹੱਲ ਕਰਾਂਗੇ। ਮੈਨੂੰ ਉਮੀਦ ਹੈ ਤੁਸੀਂ ਪਿਛਲਾ ਸਾਰਾ ਸਮਝ ਲਿਆ ਹੈ। ਉਸ ਦੇ ਦੇਖਦੇ ਹੋਏ ਅਸੀਂ ਹੁਣ ਅਭਿਆਸ ਦੇ ਪ੍ਰਸ਼ਨ ਉੱਤਰ ਹੱਲ ਕਰਦੇ ਹਾਂ। ਸਾਡਾ ਪਹਿਲਾ ਪ੍ਰਸ਼ਨ ਹੈ, ਹੇਠ ਲਿਖਿਆਂ ਵਿੱਚੋਂ ਕਿਹੜੇ ਸਮੂਹਾਂ ਵਿੱਚ ਕੇਵਲ ਜੈਵ ਵਿਘਟਨਸ਼ੀਲ ਪਦਾਰਥ ਹਨ? ਜੈਵ ਵਿਘਟਨਸ਼ੀਲ ਪਦਾਰਥ ਤੁਹਾਨੂੰ ਮੈਂ ਦੱਸ ਦਿੱਤੇ ਹਨ, ਜਿਹੜੇ ਪਦਾਰਥ ਆਸਾਨੀ ਨਾਲ ਗਲ ਜਾਣ। ਹੁਣ ਜਿਸ ਤਰ੍ਹਾਂ ਅਸੀਂ ਇਹਦੇ ਉੱਤਰ ਦੇਖਦੇ ਹਾਂ, ਉੱਤਰਾਂ ਦੇ ਵਿੱਚ ਪਹਿਲਾ ਉੱਤਰ ਹੈ ਘਾਹ ਫੁੱਲ ਅਤੇ ਚਮੜਾ। ਪਿਆਰੇ ਬੱਚਿਓ, ਚਮੜਾ ਆਸਾਨੀ ਨਾਲ ਨਹੀਂ ਗਲਦਾ, ਇਸ ਕਰਕੇ ਇਹ ਸਾਡਾ ਉੱਤਰ ਨਹੀਂ ਹੈ। ਦੂਸਰੇ ਦੇ ਵਿੱਚ ਪਲਾਸਟਿਕ ਹੈ, ਤਾਂ ਪਲਾਸਟਿਕ ਵੀ ਆਸਾਨੀ ਨਾਲ ਨਹੀਂ ਗਲਦਾ, ਇਸ ਲਈ ਇਹ ਵੀ ਸਾਡਾ ਉੱਤਰ ਨਹੀਂ ਹੈ। ਤੀਸਰਾ ਹੈ ਫਲਾਂ ਦੇ ਛਿੱਲੜ, ਕੇਕ, ਨਿੰਬੂ ਦਾ ਰਸ। ਅਤੇ ਚੌਥੀ ਆਪਸ਼ਨ ਹੈ ਕੇਕ, ਲੱਕੜੀ ਅਤੇ ਘਾਹ। ਪਿਆਰੇ ਬੱਚਿਓ, ਇਹ ਆਸਾਨੀ ਨਾਲ ਗਲ ਸੜ ਜਾਂਦੇ ਨੇ, ਇਸ ਲਈ ਸਾਡਾ ਉੱਤਰ ਹੈਗਾ ਤੀਜਾ ਤੇ ਚੌਥਾ। ਇਸ ਤੋਂ ਬਾਅਦ ਸਾਡਾ ਅਗਲਾ ਪ੍ਰਸ਼ਨ ਹੈ, ਹੇਠ ਲਿਖਿਆਂ ਵਿੱਚੋਂ ਕਿਹੜੇ ਭੋਜਨ ਲੜੀ ਦਾ ਨਿਰਮਾਣ ਕਰਦੇ ਹਨ? ਇੱਥੇ ਤੁਹਾਨੂੰ ਭੋਜਨ ਲੜੀ ਬਾਰੇ ਪਤਾ ਹੋਣਾ ਚਾਹੀਦਾ ਹੈ। ਭੋਜਨ ਲੜੀ ਜਦੋਂ ਇੱਕ ਜੀਵ ਨੂੰ ਦੂਸਰੇ ਨੂੰ ਕੋਈ ਅੱਗੇ ਹੋਰ ਜੀਵ ਖਾਂਦਾ ਹੈ। ਤਾਂ ਅਸੀਂ ਦੇਖਦੇ ਹਾਂ ਵੀ ਪਹਿਲੀ ਜਿਹੜੀ ਆਪਸ਼ਨ ਹੈ ਉਹਦੇ ਵਿੱਚ ਹੈ ਘਾਹ, ਕਣਕ ਅਤੇ ਅੰਬ। ਇਹ ਤਿੰਨੇ ਸਵੈਪੋਸ਼ੀ ਜੀਵ ਨੇ, ਇਹਨਾਂ ਵਿੱਚ ਕੋਈ ਖਪਤਕਾਰ ਨਹੀਂ ਹੈ, ਇਸ ਲਈ ਇਹ ਸਾਡਾ ਉੱਤਰ ਨਹੀਂ ਹੈ। ਇਹਨਾਂ ਨਾਲ ਭੋਜਨ ਲੜੀ ਨਹੀਂ ਬਣ ਸਕਦੀ। ਦੂਸਰਾ ਹੈ ਘਾਹ, ਬੱਕਰੀ ਅਤੇ ਮਨੁੱਖ। ਮਨੁੱਖ ਸਰਬਾਹਾਰੀ ਹੈ, ਇਹ ਮਾਂਸ ਵੀ ਖਾਂਦਾ ਹੈ। ਘਾਹ ਨੂੰ ਬੱਕਰੀ ਖਾਂਦੀ ਹੈ, ਬੱਕਰੀ ਨੂੰ ਮਨੁੱਖ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਇਹ ਸਾਡੇ ਇਹਨਾਂ ਨਾਲ ਮਿਲ ਕੇ ਭੋਜਨ ਲੜੀ ਬਣ ਸਕਦੀ ਹੈ। ਪਰੰਤੂ ਇਸ ਤੋਂ ਬਾਅਦ ਅਗਲੀ ਆਪਸ਼ਨ ਵੀ ਦੇਖ ਲੈਂਦੇ ਹਾਂ, ਤੀਜੀ ਚੌਥੀ। ਤਾਂ ਉਹਦੇ ਵਿੱਚ ਬੱਕਰੀ, ਗਾਂ ਅਤੇ ਹਾਥੀ। ਬੱਕਰੀ, ਗਾਂ ਅਤੇ ਹਾਥੀ ਤਿੰਨੇ ਸ਼ਾਕਾਹਾਰੀ ਹਨ, ਇਹ ਭੋਜਨ ਲੜੀ ਨਹੀਂ ਬਣਾ ਸਕਦੇ। ਨਾ ਹੀ ਚੌਥਾ, ਘਾਹ ਨੂੰ ਮੱਛੀ ਨੂੰ ਬੱਕਰੀ ਕਦੇ ਨਹੀਂ ਖਾਂਦੀ, ਇਸ ਕਰਕੇ ਇਹ ਸਾਡਾ ਉੱਤਰ ਨਹੀਂ ਹਨ। ਤਾਂ ਇਸ ਕਰਕੇ ਪਿਆਰੇ ਬੱਚਿਓ, ਸਾਡਾ ਜਿਹੜਾ ਇਸ ਪ੍ਰਸ਼ਨ ਦਾ ਉੱਤਰ ਹੈ
ਉਹ ਦੂਸਰਾ ਹੈ। ਇਸ ਤੋਂ ਬਾਅਦ ਤੀਸਰੇ ਪ੍ਰਸ਼ਨ ਦੀ ਗੱਲ ਕਰਦੇ ਹਾਂ। ਹੇਠ ਲਿਖਿਆਂ ਵਿੱਚੋਂ ਕਿਹੜਾ ਵਾਤਾਵਰਣ ਪੱਖੀ ਵਿਵਹਾਰ ਨੂੰ ਦਰਸਾਉਂਦਾ ਹੈ? ਵਾਤਾਵਰਣ ਪੱਖੀ ਵਿਵਹਾਰ ਕਿਹੜਾ ਹੁੰਦਾ ਹੈ? ਜਾਣੀ ਜਿਹਦੇ ਨਾਲ ਸਾਡਾ ਵਾਤਾਵਰਣ ਸ਼ੁੱਧ ਰਹੇ, ਸਹੀ ਰਹੇ। ਉਹ ਕੰਮ, ਪਹਿਲਾ ਕੰਮ ਕੀ ਹੈ? ਬਾਜ਼ਾਰ ਜਾਂਦੇ ਸਮੇਂ ਕੱਪੜੇ ਦਾ ਥੈਲਾ ਲੈ ਕੇ ਜਾਣਾ। ਬਿਲਕੁਲ ਸਹੀ ਗੱਲ ਹੈ ਵੀ ਸਾਨੂੰ ਬਾਜ਼ਾਰ ਜਾਂਦੇ ਸਮੇਂ ਕੱਪੜੇ ਦਾ ਥੈਲਾ ਲੈ ਕੇ ਜਾਣਾ ਚਾਹੀਦਾ ਹੈ, ਕਿਉਂਕਿ ਕੱਪੜੇ ਦੇ ਥੈਲੇ ਨੂੰ ਅਸੀਂ ਬਾਰ-ਬਾਰ ਇਸਤੇਮਾਲ ਕਰ ਸਕਦੇ ਹਾਂ, ਪਰੰਤੂ ਪੋਲੀਥੀਨ ਹੈ ਜਿਹੜਾ ਉਹ ਸਾਡੇ ਲਈ ਨੁਕਸਾਨਦਾਇਕ ਹੈ। ਇਸ ਲਈ ਪਹਿਲੀ ਗੱਲ ਬਿਲਕੁਲ ਸਹੀ ਹੈ। ਦੂਸਰਾ ਹੈ ਕਾਰਜ ਸਮਾਪਤ ਹੋਣ 'ਤੇ ਸਾਨੂੰ ਪੱਖੇ ਜਾਂ ਲਾਈਟਾਂ ਬੱਲਬ ਬੰਦ ਕਰ ਦੇਣੇ ਚਾਹੀਦੇ ਨੇ। ਇਹਦੇ ਨਾਲ ਸਾਡੀ ਬਿਜਲੀ ਦੀ ਬਚਤ ਹੁੰਦੀ ਹੈ, ਇਹਦੇ ਨਾਲ ਸਾਡਾ ਵਾਤਾਵਰਣ ਵੀ ਬਚਿਆ ਰਹਿੰਦਾ ਹੈ। ਇਹ ਵੀ ਕਾਰਜ ਬਿਲਕੁਲ ਸਹੀ ਹੈ। ਤੀਸਰਾ ਕੰਮ ਹੈ ਮਾਂ ਦੁਆਰਾ ਸਕੂਟਰ 'ਤੇ ਸਕੂਲ ਛੱਡਣ ਦੀ ਬਜਾਏ ਤੁਹਾਡਾ ਸਕੂਲ ਨੂੰ ਪੈਦਲ ਜਾਣਾ। ਬਿਲਕੁਲ ਪਿਆਰੇ ਬੱਚਿਓ, ਜਿਸ ਤਰ੍ਹਾਂ ਸਾਨੂੰ ਪਤਾ ਹੈ ਵੀ ਸਕੂਟਰ ਮੋਟਰਸਾਈਕਲਾਂ ਦੇ ਵਿੱਚ ਪੈਟਰੋਲ ਪੈਂਦਾ ਹੈ, ਤਾਂ ਪੈਟਰੋਲ ਸਾਡਾ ਕੁਦਰਤੀ ਸਾਧਨ ਹੈ। ਇੱਕ ਤਾਂ ਜੇ ਅਸੀਂ ਇਹਨਾਂ ਦੀ ਜ਼ਿਆਦਾ ਵਰਤੋਂ ਕਰਾਂਗੇ ਤਾਂ ਫਿਊਚਰ ਦੇ ਵਿੱਚ ਸਾਡੇ ਕੁਦਰਤੀ ਸਾਧਨ ਖਤਮ ਹੋ ਜਾਣਗੇ ਅਤੇ ਸਾਡੇ ਕੋਲ ਇਹਨਾਂ ਦੁਆਰਾ ਜਿਹੜੀਆਂ ਹਾਨੀਕਾਰਕ ਧੂਆਂ ਜਾਂ ਗੈਸਾਂ ਨਿਕਲਦੀਆਂ ਨੇ ਉਹਦੇ ਨਾਲ ਸਾਨੂੰ ਸਿਹਤ ਦੀਆਂ ਸਮੱਸਿਆਵਾਂ ਹੁੰਦੀਆਂ ਨੇ। ਇਸ ਲਈ ਸਾਨੂੰ ਸਕੂਲ ਜਾਂ ਨੇੜੇ ਜਾਣ ਦੇ ਲਈ ਹਮੇਸ਼ਾ ਪੈਦਲ ਜਾਣਾ ਚੰਗਾ ਹੈ। ਪਿਆਰੇ ਬੱਚਿਓ, ਇਸ ਲਈ ਮੈਨੂੰ ਲੱਗਦਾ ਹੈ ਵੀ ਇਹ ਤਿੰਨੇ ਗੱਲਾਂ ਬਿਲਕੁਲ ਵਾਤਾਵਰਣ ਪੱਖੀ ਨੇ। ਇਸ ਲਈ ਇਸ ਦਾ ਜਿਹੜਾ ਉੱਤਰ ਆਵੇਗਾ ਉਹ ਚੌਥਾ ਆਏਗਾ। ਇਸ ਤੋਂ ਬਾਅਦ ਸਾਡਾ ਚੌਥਾ ਪ੍ਰਸ਼ਨ ਹੈ, ਕੀ ਹੋਵੇਗਾ ਜੇਕਰ ਅਸੀਂ ਇੱਕ ਆਹਾਰੀ ਪੱਧਰ ਦੇ ਸਾਰੇ ਜੀਵਾਂ ਨੂੰ ਮਾਰ ਦਈਏ? ਪਿਆਰੇ ਬੱਚਿਓ, ਆਹਾਰੀ ਪੱਧਰ ਤੁਹਾਨੂੰ ਪਤਾ ਕੀ ਹੁੰਦੇ ਨੇ? ਆਹਾਰੀ ਪੱਧਰ ਜਿਵੇਂ ਅਸੀਂ ਇਸ ਤਸਵੀਰ ਦੇ ਵਿੱਚ ਦੇਖ ਰਹੇ ਹਾਂ, ਇਹ ਇੱਕ ਭੋਜਨ ਲੜੀ ਹੈ। ਇਸ ਭੋਜਨ ਲੜੀ ਦੇ ਵਿੱਚ ਘਾਹ ਨੂੰ ਗ੍ਰਾਸ ਹੌਪਰ ਅਤੇ ਗ੍ਰਾਸ ਹੌਪਰ ਨੂੰ ਫਰੋਗ ਨੂੰ ਸਨੇਕ ਅਤੇ ਸਨੇਕ ਨੂੰ ਈਗਲ ਖਾ ਰਹੀ ਹੈ। ਅਤੇ ਇਸ ਤਰ੍ਹਾਂ ਇੱਕ ਭੋਜਨ ਲੜੀ ਹੈ ਅਤੇ ਇਹ ਸਾਰੇ ਆਹਾਰੀ ਪੱਧਰ ਨੇ। ਤਾਂ ਹੁਣ ਅਸੀਂ ਗੱਲ ਕਰਦੇ ਹਾਂ ਵੀ ਜੇ ਇੱਕ ਆਹਾਰੀ ਪੱਧਰ ਨੂੰ ਖਤਮ ਕਰ ਦਈਏ, ਜਿਵੇਂ ਮੈਂ ਗੱਲ ਕਰਾਂ, ਮੈਂ ਗ੍ਰਾਸ ਹੌਪਰ ਨੂੰ ਖਤਮ ਕਰ ਦੇਵਾਂ, ਇਹਨੂੰ ਮਾਰ ਦਈਏ ਤਾਂ ਕੀ ਹੋਊਗਾ? ਜੇ ਗ੍ਰਾਸ ਹੌਪਰ ਨੂੰ ਮਾਰਾਂਗੇ ਤਾਂ ਜਿਹੜੇ ਤੋਂ ਇਹਦੇ ਉੱਪਰਲਾ ਜੀਵ ਹੈ ਉਹ ਵੀ ਮਰ ਜਾਏਗਾ। ਫਰੋਗ ਕਿਵੇਂ ਮਰੇਗਾ? ਭੁੱਖ ਨਾਲ। ਜੇ ਇਸ ਨੂੰ ਭੋਜਨ ਗ੍ਰਾਸ ਹੌਪਰ ਦਾ ਨਹੀਂ ਮਿਲੇਗਾ, ਇਹ ਭੋਜਨ ਦੀ ਘਾਟ ਕਰਕੇ ਖਤਮ ਹੋ ਜਾਏਗਾ। ਤਾਂ ਅਗਰ ਡੱਡੂ ਖਤਮ ਹੋ ਜਾਣਗੇ ਤਾਂ ਇਹਨਾਂ ਨੂੰ ਖਾਣ ਵਾਲੇ ਜਿਹੜੇ ਸੱਪ ਨੇ, ਸਨੇਕ ਨੇ, ਉਹਨਾਂ ਨੂੰ ਭੋਜਨ ਦੀ ਘਾਟ ਹੋਊਗੀ, ਉਹ ਵੀ ਮਰ ਜਾਣਗੇ। ਇਸੇ ਤਰ੍ਹਾਂ ਈਗਲ ਵੀ ਖਤਮ ਹੋ ਜਾਏਗੀ। ਹੁਣ ਅਗਰ ਗੱਲ ਕਰਦੇ ਹਾਂ ਨੀਚੇ ਲੈਵਲ 'ਤੇ, ਤਾਂ ਅਸੀਂ ਦੇਖਿਆ ਸੀ ਵੀ ਅਸੀਂ ਨੇ ਕਿਹੜੇ ਆਹਾਰੀ ਪੱਧਰ ਨੂੰ ਖਤਮ ਕਰਿਆ ਸੀ? ਗ੍ਰਾਸ ਹੌਪਰ ਨੂੰ, ਦੂਜੇ ਨੂੰ। ਹੁਣ ਅਸੀਂ ਗੱਲ ਕਰਦੇ ਹਾਂ ਜੇ ਅਸੀਂ ਦੂਜੇ ਨੂੰ ਖਤਮ ਕਰਾਂਗੇ ਤਾਂ ਪਹਿਲੇ ਜਿਹੜੇ ਸਾਡੇ ਕੋਲ ਉਤਪਾਦਕ ਨੇ, ਸਵੈ ਪੋਸ਼ੀ ਜੀਵ ਨੇ, ਉਹ ਵੀ ਉਹਨਾਂ ਦੀ ਜਿਹੜੀ ਸੰਖਿਆ ਜਾਂ ਉਹਨਾਂ ਦੀ ਪੈਦਾਵਾਰ ਹੈ ਉਹ ਬਿਨਾਂ ਰੋਕ ਟੋਕ ਵਧੂਗੀ ਅਤੇ ਇਹਦਾ ਮਤਲਬ ਸਾਰੇ ਪਾਸੇ ਘਾਹ ਹੀ ਘਾਹ ਨਜ਼ਰ ਆਊਗਾ। ਉਹਨਾਂ ਨੂੰ ਖਾਣ ਵਾਲੇ ਗ੍ਰਾਸ ਹੌਪਰ ਖਤਮ ਹੋ ਜਾਣਗੇ। ਇਸ ਤਰ੍ਹਾਂ ਪਿਆਰੇ ਬੱਚਿਓ, ਇੱਕ ਆਹਾਰੀ ਪੱਧਰ ਖਤਮ ਹੋਣ ਨਾਲ ਸਾਡੀ ਸਾਰੀ ਭੋਜਨ ਲੜੀ ਖਤਮ ਹੋ ਜਾਵੇਗੀ। ਉਸ ਤੋਂ ਬਾਅਦ ਅਗਲਾ ਪ੍ਰਸ਼ਨ ਹੈ, ਕੀ ਕਿਸੇ ਆਹਾਰੀ ਪੱਧਰ ਦੇ ਸਾਰੇ ਮੈਂਬਰਾਂ ਨੂੰ ਹਟਾਉਣ 'ਤੇ ਪ੍ਰਭਾਵ ਭਿੰਨ-ਭਿੰਨ ਆਹਾਰੀ ਪੱਧਰਾਂ ਲਈ ਵੱਖ-ਵੱਖ ਹੋਵੇਗਾ? ਕੀ ਕਿਸੇ ਆਹਾਰੀ ਪੱਧਰ ਦੇ ਜੀਵਾਂ ਨੂੰ ਪਰਿਸਥਿਤਿਕ ਪ੍ਰਬੰਧ ਨੂੰ ਪ੍ਰਭਾਵਿਤ ਕੀਤੇ ਬਿਨਾਂ ਹਟਾਉਣਾ ਸੰਭਵ ਹੈ? ਹਾਂਜੀ, ਬਿਲਕੁਲ ਪਿਆਰੇ ਬੱਚਿਓ, ਜੇ ਅਸੀਂ ਇੱਕ ਆਹਾਰੀ ਪੱਧਰ ਨੂੰ ਹਟਾਵਾਂਗੇ ਤਾਂ ਇਹਨਾਂ ਦੇ ਪ੍ਰਭਾਵ ਅਲੱਗ-ਅਲੱਗ ਹੋਣਗੇ। ਜਿਵੇਂ ਅਸੀਂ ਉੱਤਰ ਦੇ ਵਿੱਚ ਦੇਖਦੇ ਹਾਂ, ਉਤਪਾਦਕਾਂ ਨੂੰ ਹਟਾਉਣ ਨਾਲ ਕੀ ਹੋਵੇਗਾ, ਸ਼ਾਕਾਹਾਰੀਆਂ ਨੂੰ ਹਟਾਉਣ ਨਾਲ ਕੀ ਹੋਵੇਗਾ, ਫਿਰ ਮਾਸਾਹਾਰੀਆਂ ਨੂੰ ਹਟਾਉਣ ਨਾਲ ਕੀ ਹੋਵੇਗਾ। ਇਹਦਾ ਉੱਤਰ ਅਸੀਂ ਇਸ ਤਸਵੀਰ ਦੇ ਵਿੱਚ ਦੇਖ ਰਹੇ ਹਾਂ। ਪਹਿਲਾ ਸੀ ਉਤਪਾਦਕ ਕੌਣ ਨੇ? ਪੌਦੇ। ਤਾਂ ਪੌਦਿਆਂ ਨੂੰ ਹਟਾਉਣ ਦੇ ਨਾਲ ਪੌਦੇ ਸਾਨੂੰ ਭੋਜਨ ਵੀ ਦਿੰਦੇ ਨੇ, ਨਾਲ ਸਾਨੂੰ ਆਕਸੀਜਨ ਵੀ ਦਿੰਦੇ ਨੇ। ਅਗਰ ਅਸੀਂ ਪੌਦੇ ਜਾਂ ਅਸੀਂ ਕਹਿ ਦਈਏ ਉਤਪਾਦਕਾਂ ਨੂੰ ਹਟਾ ਦੇਵਾਂਗੇ ਤਾਂ ਜਿਹੜੇ ਉੱਪਰਲੇ ਜੀਵ ਨੇ, ਚਾਹੇ ਉਹ ਸ਼ਾਕਾਹਾਰੀ ਹੋਣ ਚਾਹੇ ਮਾਸਾਹਾਰੀ, ਸਾਰਿਆਂ ਨੂੰ ਭੋਜਨ ਅਤੇ ਆਕਸੀਜਨ ਨਹੀਂ ਮਿਲੇਗਾ। ਇਸ ਤਰ੍ਹਾਂ ਇਹ ਭੋਜਨ ਲੜੀ ਖਤਮ ਹੋ ਜਾਏਗੀ। ਹੁਣ ਦੂਜਾ ਸਾਡੇ ਕੋਲ ਹੈ ਸ਼ਾਕਾਹਾਰੀ। ਸ਼ਾਕਾਹਾਰੀ ਕੌਣ ਹੈ? ਕੈਟਰਪਿਲਰ।
ਤਾਂ ਕੈਟਰਪਿਲਰ ਕੀ ਕਰਦਾ ਹੈ, ਇਹ ਖਤਮ ਹੋ ਗਿਆ, ਫਿਰ ਕੀ ਹੋਏਗਾ। ਇਸ ਦੇ ਖਤਮ ਹੋਣ ਦਾ ਮੈਂ ਪਹਿਲਾਂ ਦੱਸਿਆ ਵੀ ਉੱਪਰਲੇ ਜੀਵਾਂ ਨੂੰ ਭੋਜਨ ਨਹੀਂ ਮਿਲੇਗਾ, ਸਾਰਿਆਂ ਨੂੰ, ਨਾ ਫਰੋਗ ਨੂੰ, ਫਰੋਗ ਖਤਮ ਹੋ ਗਿਆ, ਸਨੇਕ ਨੂੰ ਨਹੀਂ ਮਿਲੇਗਾ। ਤੇ ਇਸ ਤੋਂ ਉਲਟਾ ਨੀਚੇ ਕੀ ਹੋਊਗਾ, ਹੁਣ ਅਗਰ ਕੈਟਰਪਿਲਰ ਖਤਮ ਕਰ ਦਈਏ ਤਾਂ ਪੌਦਿਆਂ ਦੀ ਜਿਹੜੀ ਗਿਣਤੀ ਹੈ ਉਹ ਵਧੂਗੀ। ਪੌਦਿਆਂ ਦੀ ਗਿਣਤੀ ਅਗਰ ਵਧੂਗੀ ਤਾਂ ਕੈਟਰਪਿਲਰ ਉਸ ਨੂੰ ਖਾਣ ਵਾਲੇ ਘੱਟ ਰਹਿਣਗੇ। ਇਸ ਨਾਲ ਵੀ ਜਿਹੜੀ ਇਹਨਾਂ ਦੀ ਜਿਹੜੀ ਬਿਨਾਂ ਰੋਕ ਟੋਕ ਘਾਹ ਹੈ ਜਿਹੜਾ ਜਾਂ ਪੌਦੇ ਨੇ ਉਹ ਫੈਲੀ ਜਾਣਗੇ। ਇਸ ਤੋਂ ਅਗਲਾ ਹੈ ਮਾਸਾਹਾਰੀ ਨੂੰ ਹਟਾਉਣ ਦੇ ਲਈ। ਮਾਸਾਹਾਰੀ ਨੂੰ ਅਗਰ ਅਸੀਂ ਭੋਜਨ ਲੜੀ 'ਚੋਂ ਹਟਾਵਾਂਗੇ, ਜਿਵੇਂ ਫਰੋਗ ਮੰਨ ਲਈਏ ਵੀ ਫਰੋਗ ਖਤਮ ਹੋ ਜਾਣ, ਮਰ ਜਾਣ, ਤਾਂ ਕੀ ਹੋਏਗਾ, ਉਹੀ ਹੈ, ਸਨੇਕ ਨੂੰ, ਸੱਪ ਨੂੰ ਭੋਜਨ ਨਹੀਂ ਮਿਲੇਗਾ। ਜੇ ਸੱਪ ਨੂੰ ਭੋਜਨ ਨਹੀਂ ਮਿਲੇਗਾ ਤਾਂ ਨੀਚੇ ਜਿਹੜੇ ਕੈਟਰਪਿਲਰ ਨੇ ਇਹਨਾਂ ਦੀ ਗਿਣਤੀ ਵੱਧ ਜਾਏਗੀ। ਅਗਰ ਕੈਟਰਪਿਲਰ ਦੀ ਗਿਣਤੀ ਵੱਧ ਗਈ ਤਾਂ ਉਹਨਾਂ ਨੂੰ ਖਾਣ ਲਈ ਉਨਾ ਹੀ ਭੋਜਨ ਚਾਹੀਦਾ, ਤਾਂ ਹੁਣ ਉਹਨਾਂ ਨੂੰ ਖਾਣ ਲਈ ਇੰਨੇ ਪੌਦੇ ਕਿੱਥੋਂ ਮਿਲਣਗੇ। ਇਸ ਤਰ੍ਹਾਂ ਕੈਟਰਪਿਲਰ ਵੀ ਖਤਮ ਹੋ ਜਾਣਗੇ। ਇਸ ਤਰ੍ਹਾਂ ਅਸੀਂ ਦੇਖਿਆ ਵੀ ਇੱਕ ਆਹਾਰੀ ਪੱਧਰ ਦੇ ਖਤਮ ਹੋਣ ਦੇ ਪ੍ਰਭਾਵ ਵੱਖੋ ਵੱਖਰੇ ਹਨ। ਤੇ ਪਿਆਰੇ ਬੱਚਿਓ, ਇਸ ਤਰ੍ਹਾਂ ਸਾਡੇ ਕੋਲ ਅਸੀਂ ਚੌਥੇ ਦੀ ਗੱਲ ਕਰਦੇ ਹਾਂ, ਨਖੇੜਕ। ਅਗਰ ਨਖੇੜਕਾਂ ਜਾਂ ਅਪਘਟਕਾਂ ਨੂੰ ਹਟਾ ਦਈਏ ਫਿਰ ਕੀ ਹੋਏਗਾ। ਨਖੇੜਕ ਮੈਂ ਪਹਿਲਾਂ ਦੱਸਿਆ ਹੈ ਸਾਡੇ ਸਫਾਈ ਸੇਵਕ ਹਨ। ਜੇ ਇਹਨਾਂ ਨੂੰ ਅਸੀਂ ਹਟਾਵਾਂਗੇ ਤਾਂ ਸਾਰੇ ਪਾਸੇ ਗੰਦਗੀ ਦੇ ਢੇਰ ਲੱਗ ਜਾਣਗੇ, ਮਰੇ ਹੋਏ ਜੀਵਾਂ ਦੇ ਢੇਰ ਲੱਗ ਜਾਣਗੇ, ਤਾਂ ਢੇਰ ਲੱਗ ਜਾਣਗੇ ਤਾਂ ਬਿਮਾਰੀਆਂ ਫੈਲਣਗੀਆਂ। ਇਸ ਤਰ੍ਹਾਂ ਨਖੇੜਕਾਂ ਨੂੰ ਹਟਾਉਣ ਦੇ ਨਾਲ ਸਾਡਾ ਵਾਤਾਵਰਣ ਦੂਸ਼ਿਤ ਹੋ ਜਾਵੇਗਾ ਤੇ ਅਸੀਂ ਬਿਮਾਰੀਆਂ ਨਾਲ ਗ੍ਰਸਤ ਹੋ ਜਾਵਾਂਗੇ। ਇਸ ਲਈ ਕਿਸੇ ਵੀ ਆਹਾਰੀ ਪੱਧਰ ਨੂੰ ਹਟਾਉਣ ਦੇ ਦਾ ਨੁਕਸਾਨ ਵੱਖੋ ਵੱਖਰਾ ਹੈ। ਇਸ ਤੋਂ ਬਾਅਦ ਸਾਡਾ 6ਵਾਂ ਪ੍ਰਸ਼ਨ ਹੈ, ਜੈਵਿਕ ਵਧਾਓ ਕੀ ਹੈ। ਪਿਆਰੇ ਬੱਚਿਓ, ਮੈਂ ਤੁਹਾਨੂੰ ਇਹਦੀ ਡਿਟੇਲ ਪਹਿਲਾਂ ਵੀ ਦੇ ਚੁੱਕਿਆ ਹਾਂ ਵੀ ਜੈਵਿਕ ਵਧਾਓ ਹੁੰਦਾ ਹੈ ਵੀ ਜਿਹੜਾ ਮਨੁੱਖ ਰਸਾਇਣਾਂ ਦਾ ਇਸਤੇਮਾਲ ਕਰ ਰਿਹਾ ਹੈ, ਉਹ ਰਸਾਇਣ ਸਾਡੀਆਂ ਫਸਲਾਂ 'ਤੇ ਡਿੱਗਦੇ ਨੇ, ਉਹ ਰਸਾਇਣ ਹੌਲੀ ਹੌਲੀ ਮਨੁੱਖ ਦੇ ਸਰੀਰ ਦੇ ਵਿੱਚ ਜਾ ਕੇ ਗਾੜੇ ਹੁੰਦੇ ਜਾਂਦੇ ਨੇ। ਇਹ ਸਿੱਧੇ ਰੂਪ ਦੇ ਵਿੱਚ ਵੀ ਜਾਂ ਅਸਿੱਧੇ ਰੂਪ ਦੇ ਵਿੱਚ ਵੀ। ਇਸ ਤਰ੍ਹਾਂ ਇਹਨਾਂ ਰਸਾਇਣਾਂ ਦਾ ਮਨੁੱਖ ਦੇ ਸਰੀਰ ਦੇ ਅੰਦਰ ਜਾ ਕੇ ਗਾੜੇ ਹੋਣ ਨੂੰ ਅਸੀਂ ਜੈਵਿਕ ਵਧਾਓ ਕਹਿੰਦੇ ਹਾਂ। ਇਸ ਦੀ ਇੱਕ ਉਦਾਹਰਣ ਹੈ ਵੀ ਉੱਤਰੀ ਅਮਰੀਕਾ ਦੇ ਵਿੱਚ ਮੱਛਰਾਂ ਨੂੰ ਮਾਰਨ ਦੇ ਲਈ DDT ਦਾ ਸਪਰੇਅ ਕੀਤਾ ਗਿਆ। ਇਸ DDT ਦੇ ਸਪਰੇਅ ਦੇ ਕਾਰਨ ਜਿਹੜੇ ਉੱਥੇ ਦੇ ਪੰਛੀ ਸੀਗੇ, ਪੈਲੀਕਨ ਨਾਂ ਦਾ ਪੰਛੀ, ਉਹਨਾਂ ਦੇ ਜਿਹੜੇ ਅੰਡਿਆਂ ਦੇ ਛਿਲਕੇ ਸੀਗੇ ਉਹ ਪਤਲੇ ਹੋ ਗਏ ਤੇ ਉਹਨਾਂ ਦੇ ਜਿਹੜੇ ਬੱਚੇ ਸੀਗੇ, ਬੱਚੇ ਨਿਕਲਣ ਤੋਂ ਪਹਿਲਾਂ ਹੀ ਜਿਹੜੇ ਅੰਡੇ ਸੀਗੇ ਉਹ ਟੁੱਟ ਜਾਂਦੇ ਸੀ। ਇਸ ਤਰ੍ਹਾਂ ਇਹ ਜਿਹੜੇ ਰਸਾਇਣ ਨੇ ਇਹ ਹਾਨੀਕਾਰਕ ਨੇ ਤੇ ਜੈਵਿਕ ਵਧਾਓ ਵੀ ਸਾਡੇ ਲਈ ਹਾਨੀਕਾਰਕ ਹੈ। ਇਸ ਤੋਂ ਬਾਅਦ ਸਾਡਾ 7ਵਾਂ ਪ੍ਰਸ਼ਨ ਹੈ, ਸਾਡੇ ਦੁਆਰਾ ਪੈਦਾ ਜੈਵ ਵਿਘਟਨਸ਼ੀਲ ਕਚਰੇ ਤੋਂ ਕਿਹੜੀਆਂ ਮੁਸ਼ਕਲਾਂ ਪੈਦਾ ਹੁੰਦੀਆਂ ਹਨ। ਜੈਵ ਵਿਘਟਨਸ਼ੀਲ ਕਚਰੇ ਤੋਂ ਜੈਵ ਵਿਘਟਨਸ਼ੀਲ ਅਵਿਘਟਨਸ਼ੀਲ ਕਚਰਾ ਉਹ ਹੈ ਜਿਹੜਾ ਛੇਤੀ ਨਹੀਂ ਗਲਦਾ, ਜਿਵੇਂ ਪੋਲੀਥੀਨ। ਇਹਦੇ ਨਾਲ ਸਾਡੇ ਜਿਹੜੇ ਨਾਲੀਆਂ ਨੇ ਉਹਨਾਂ ਵਿੱਚ ਰੁਕਾਵਟ ਆਊਗੀ, ਉਹ ਬੰਦ ਹੋ ਜਾਣਗੀਆਂ। ਇਹਨਾਂ ਨਾਲ ਸਾਡੀ ਮਿੱਟੀ ਪ੍ਰਦੂਸ਼ਿਤ ਹੋ ਜਾਵੇਗੀ। ਇਹ ਜਿਹੜੇ ਅਗਰ ਜਾਨਵਰ ਨਿਗਲ ਜਾਣ ਤਾਂ ਜਿਹੜੇ ਸ਼ਾਕਾਹਾਰੀ ਜਾਨਵਰ ਨੇ ਉਹਨਾਂ ਨੂੰ ਵੀ ਇਹ ਮਾਰ ਸਕਦੇ ਨੇ। ਇਸ ਤੋਂ ਬਿਨਾਂ ਇਹ ਜੈਵਿਕ ਵਧਾਓ ਦਾ ਕਾਰਨ ਨੇ। ਇਹਦੇ ਨਾਲ ਸਾਡਾ ਪ੍ਰਦੂਸ਼ਣ ਹੁੰਦਾ ਹੈ, ਚਾਹੇ ਉਹ ਪ੍ਰਦੂਸ਼ਣ ਹਵਾ ਦਾ ਹੋਵੇ, ਚਾਹੇ ਮਿੱਟੀ ਦਾ ਹੋਵੇ, ਜਾਂ ਸਾਡੇ ਕੋਲ ਜਲ ਪ੍ਰਦੂਸ਼ਣ ਹੋਵੇ। ਤੇ ਦੂਸਰਾ ਹੈ, ਇਹ ਸੁੰਦਰਤਾ ਪੱਖੋਂ ਵੀ ਸਾਡੇ ਲਈ ਇਹਨਾਂ ਦਾ ਪ੍ਰਭਾਵ ਬੁਰਾ ਹੁੰਦਾ ਹੈ। ਅਗਲਾ ਹੈ ਸਾਡੇ ਕੋਲ ਪ੍ਰਸ਼ਨ 8ਵਾਂ, ਜੇਕਰ ਸਾਡੇ ਦੁਆਰਾ ਪੈਦਾ ਕੂੜਾ ਕਰਕਟ ਹੈ ਜਿਹੜਾ ਉਹ ਜੈਵ ਵਿਘਟਨਸ਼ੀਲ ਹੋਵੇ ਤਾਂ ਇਹਦਾ ਕੀ ਪ੍ਰਭਾਵ ਹੋਊਗਾ। ਜੈਵ ਵਿਘਟਨਸ਼ੀਲ ਛੇਤੀ ਗਲ ਸੜ ਜਾਂਦਾ ਹੈ, ਇਹਦੇ ਪ੍ਰਭਾਵ ਅਵਿਘਟਨਸ਼ੀਲ ਦੇ ਮੁਕਾਬਲੇ ਘੱਟ ਨੇ, ਪਰੰਤੂ ਫਿਰ ਵੀ ਸਾਡੇ ਲਈ ਇਹ ਪ੍ਰਦੂਸ਼ਣ ਜਾਂ ਸਾਡੇ ਲਈ ਇਹ ਸਿਹਤ ਸੰਬੰਧੀ ਸਮੱਸਿਆਵਾਂ ਨੇ ਜਿਹੜੀਆਂ ਉਹਨਾਂ ਦਾ ਕਾਰਨ ਬਣ। ਮੈਨੂੰ ਉਮੀਦ ਹੈ ਵੀ ਤੁਹਾਨੂੰ ਇਹ ਲੈਕਚਰ ਪਸੰਦ ਆਇਆ ਹੋਵੇਗਾ। ਸੋ ਧੰਨਵਾਦ।